ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨਾਂ ਦੀ ਕੇਂਦਰ ਨਾਲ ਗੱਲਬਾਤ ਅਤੇ ਦੀਵਾਲੀ ਤੇ ਹੋਏ ਪ੍ਰਦੂਸ਼ਣ ਬਾਰੇ। ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਹੁਣ ਜਿਹੜੀ ਹੈਗੀ ਹੈ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਦੂਜੀ ਵਾਰ ਗੱਲਬਾਤ ਹੋਈ ਹੈ। ਪਹਿਲੀ ਗੱਲਬਾਤ ਜਿਹੜੀ ਸੀ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ ਸੀ। ਇਹ ਜਿਹੜੀ ਦੂਜੀ ਵਾਰ ਗੱਲਬਾਤ ਹੋਈ ਹੈ ਕੇਂਦਰ ਅਤੇ ਕਿਸਾਨਾਂ ਦੇ ਵਿੱਚ, ਇਹਦੇ ਵਿੱਚ ਕੀ ਗੱਲਬਾਤ ਹੋਈ ਹੈ? ਮੀਟਿੰਗ ਦੇ ਵਿੱਚ ਕਿਹੜੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ? ਸਾਡੇ ਨਾਲ ਪਲੀਜ਼ ਸਾਂਝਾ ਕਰੋ। ਅਸਲ ਦੇ ਵਿੱਚ ਇਹ ਸ਼ਾਇਦ ਪਹਿਲੀ ਵਾਰ ਥੋੜ੍ਹਾ ਜਿਹਾ ਗੰਭੀਰ ਤਰੀਕੇ ਨਾਲ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਬੁਲਾਇਆ ਗੱਲਬਾਤ ਕਰਨ ਦੇ ਲਈ। ਔਰ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇੰਨੀ ਗੱਲ ਤੋਂ ਤਾਂ ਸੰਤੁਸ਼ਟ ਨੇ ਕਿ ਉਹਨਾਂ ਨਾਲ ਵਿਵਹਾਰ ਤਰੀਕੇ ਨਾਲ ਹੋਇਆ, ਸਾਡੀ ਗੱਲ ਸੁਣੀ ਗਈ, ਉਹਨਾਂ ਨੇ ਆਪਣਾ ਪੱਖ ਰੱਖਿਆ, ਇਹਨਾਂ ਨੇ ਆਪਣਾ ਪੱਖ ਰੱਖਿਆ ਅਤੇ ਇਸ ਮਾਹੌਲ ਦੇ ਵਿੱਚ ਗੱਲ ਹੋਈ ਕਿ ਅੱਗੇ ਨੂੰ ਦੋਨੋਂ ਧਿਰਾਂ ਸਹਿਮਤ ਇੰਨੀਆਂ ਕੁ ਹੋਈਆਂ ਕਿ ਇਹ ਇੱਕ ਮੀਟਿੰਗ ਦਾ ਸਵਾਲ ਨਹੀਂ, ਗੱਲਬਾਤ ਲਗਾਤਾਰ ਕੰਟੀਨਿਊ ਰਹਿਣੀ ਚਾਹੀਦੀ ਹੈ ਕਿਸੇ ਨਾ ਕਿਸੇ ਰੂਪ 'ਚ। ਔਰ ਸ਼ਾਇਦ ਪਹਿਲੀ ਵਾਰ ਕੇਂਦਰ ਸਰਕਾਰ ਨੇ ਇਹ ਵੀ ਮੰਨਿਆ, ਇਹ ਜਦੋਂ ਦਾ ਆਰਡੀਨੈਂਸ ਆਏ ਅਤੇ ਫਿਰ ਕਾਨੂੰਨ ਬਣੇ ਉਸ ਤੋਂ ਬਾਅਦ ਅੰਦੋਲਨ ਵੀ ਚੱਲਿਆ, ਪਹਿਲੀ ਵਾਰ ਮੰਨਿਆ ਕਿ ਜਿਹੜੀਆਂ ਦਲੀਲਾਂ, ਜਿਹੜੇ ਲੌਜਿਕ, ਜਿਹੜੇ ਨਜ਼ਰੀਏ ਨਾਲ ਕਿਸਾਨ ਜਥੇਬੰਦੀਆਂ ਦੇਖ ਰਹੀਆਂ ਨੇ ਉਹਨਾਂ ਕਾਨੂੰਨਾਂ ਨੂੰ ਅਤੇ ਸਰਕਾਰ ਜਿਹੜੇ ਨਜ਼ਰੀਏ ਨਾਲ ਦੇਖ ਰਹੀ ਹੈ, ਇਹ 'ਚ ਬਹੁਤ ਲੰਮਾ ਫਾਸਲਾ ਹੈ। ਅਤੇ ਉਹ ਫਾਸਲੇ ਨੂੰ ਨੇੜੇ ਕਿਵੇਂ ਲਿਆਂਦਾ ਜਾਏ, ਕਿੱਥੇ ਆ ਕੇ ਸਹਿਮਤੀ ਕੋਈ ਹੋਣੀ ਹੈ, ਇਹ ਅਗਲਾ ਸਵਾਲ ਕਾਫੀ ਵੱਡਾ ਉਹਨਾਂ ਦੇ ਸਾਹਮਣੇ ਹੈ। ਔਰ ਕਿਹਾ ਇਹ ਗਿਆ ਕਿ ਉਹਨਾਂ ਨੇ ਇੱਕ ਪੇਸ਼ਕਾਰੀ ਵੀ ਕੀਤੀ ਸੀ ਕਿ ਕਮੇਟੀ ਬਣਾ ਦਿੰਦੇ ਆ ਅਤੇ ਜਥੇਬੰਦੀਆਂ ਨੂੰ ਇਹ ਕਿਹਾ ਸੀ ਕਿ ਤੁਸੀਂ ਜਿਹੜਾ ਸੰਘਰਸ਼ ਹੈ ਫਾਰ ਦੀ ਟਾਈਮਿੰਗ, ਜਿਵੇਂ ਟ੍ਰੇਨਾਂ ਦਾ ਚਾਹੇ ਪੈਸੰਜਰ ਚਲਾਓ, ਬਾਕੀ ਚਲਾਓ ਅਤੇ ਹੋਰ ਵੀ ਉਹਨੂੰ ਮਤਲਬ ਮੁਅੱਤਲ ਕਰ ਦਿਓ ਉਦੋਂ ਤੱਕ। ਪਰ ਇਹਨਾਂ ਨੇ ਕਿਹਾ ਕਿ ਨਹੀਂ, ਸੰਘਰਸ਼ ਤਾਂ ਸਾਡਾ ਚੱਲਦਾ ਰਹੂਗਾ ਅਤੇ ਕਮੇਟੀ ਬਣਾਉਣੀ ਆ ਬਣਾ ਲਓ, ਅਤੇ ਸਾਨੂੰ ਰੱਖਣਾ ਨਹੀਂ ਰੱਖਣਾ ਉਹ ਅਲੱਗ ਗੱਲ ਹੈ। ਅਤੇ ਕਮੇਟੀ ਕੰਮ ਕਰੇ ਪਰ ਟਾਈਮ ਬਾਉਂਡ ਮੈਨਰ 'ਚ ਕਰੇ ਕਿ ਇੰਨੇ ਦਿਨਾਂ ਦੇ ਵਿੱਚ ਇਹਨੇ ਆਹ ਮੁੱਦੇ 'ਤੇ ਕੋਈ ਨਾ ਕੋਈ ਫੈਸਲਾ ਦੇਣਾ ਹੈ। ਔਰ ਇਹ ਸਾਰਾ ਜਿਹੜਾ ਇੱਕ ਪ੍ਰੋਸੈਸ ਚੱਲਦਾ ਹੈ, ਉਹਦੇ 'ਚੋਂ ਜਿਹੜੀ ਨਿਕਲ ਕੇ ਗੱਲ ਆਈ ਹੈ ਅਸਲ ਦੇ ਵਿੱਚ ਪੰਜਾਬ ਸਰਕਾਰ ਦੇ ਵੀ ਅਫਸਰਾਂ ਨੂੰ ਬੁਲਾਇਆ ਗਿਆ, ਜਥੇਬੰਦੀਆਂ ਨੂੰ ਬੁਲਾਇਆ ਗਿਆ, ਬਾਕੀ ਨੂੰ ਕਿਤੇ ਨਾ ਕਿਤੇ ਕੇਂਦਰ ਸਰਕਾਰ ਇਹ ਮਹਿਸੂਸ ਕਰਨ ਲੱਗ ਗਈ ਹੈ ਕਿ ਜਿਹੜਾ ਮੁੱਦਾ ਇਸ ਖੇਤੀ ਕਾਨੂੰਨਾਂ ਨਾਲ ਜੋੜ ਕੇ ਬਾਕੀ ਕਾਨੂੰਨ ਹੋਰ ਵੀ ਜੋੜ ਕੇ ਉਹਦੀ ਇੱਕ ਲੜੀ ਜੁੜਦੀ ਹੈ, ਜਿਹੜਾ ਮੁੱਦਾ ਕੇਂਦਰ ਤੇ ਰਾਜਾਂ ਦੇ ਸੰਬੰਧਾਂ 'ਤੇ ਉਂਗਲ ਉਠਾਉਣਾ ਸ਼ੁਰੂ ਕਰਦੇ ਆ, ਫੈਡਰਲਿਜ਼ਮ ਦਾ ਕੁਐਸਚਨ ਬੇਸਿਕ ਆ ਗਿਆ, ਇਹਦੇ ਤੋਂ ਕਿਵੇਂ ਸਾਈਡ ਟਰੈਕ ਕੀਤਾ ਜਾਏ, ਇਹਦੇ ਤੋਂ ਗੱਲਬਾਤ ਨੂੰ ਬਾਹਰ ਕਿਵੇਂ ਲਿਆਂਦਾ ਜਾਏ। ਇਸੇ ਕਰਕੇ ਕੇਂਦਰ ਸਰਕਾਰ ਦਾ ਬੁਨਿਆਦੀ ਗੱਲ ਇਹੀ ਸੀ ਕਿ ਉਹਦੇ ਪੂਰੀ ਡਿਬੇਟ ਜਾਂ ਬਹਿਸ ਜਿਹੜੀ ਮੇਨ ਰੂਪ 'ਚ ਉਹ MSP ਦੇ ਇਰਦ ਗਿਰਦ ਰੱਖੀ ਜਾਏ ਤਾਂ ਕਿ ਉਹ ਦੂਜੇ ਗੱਲਾਂ ਉਸ ਰੂਪ ਦੇ ਵਿੱਚ ਨਾ ਹੋਣ। ਇਹ ਸਾਰੇ ਪ੍ਰੋਸੈਸ ਦੇ ਵਿੱਚ ਔਰ ਕਿਸਾਨ ਜਥੇਬੰਦੀਆਂ ਨੇ ਵੀ ਆਪਣੀ ਗੱਲ ਜਿਹੜੀ ਰੱਖੀ ਹੈ ਅਤੇ ਹੁਣ ਉਹ ਦੋਨੋਂ ਤਰ੍ਹਾਂ ਸੋਚਣਗੀਆਂ, ਗੱਲਬਾਤ ਫੇਰ ਹੋਣੀ ਹੈ ਉਸ ਸਾਰੇ ਮਾਮਲੇ ਦੇ ਵਿੱਚ। ਔਰ ਦੋਨੋਂ ਇਹ ਕਹਿ ਰਹੀਆਂ ਨੇ ਕਿ ਮੀਟਿੰਗ ਉਸ ਰੂਪ 'ਚ ਬੇਨਤੀਜਾ ਤਾਂ ਨਹੀਂ ਰਹੀ ਪਰ ਗੱਲ ਹੋਈ। ਔਰ ਇੱਕ ਟਕਰਾਅ ਜਿਹੜਾ ਬਣਿਆ ਹੋਇਆ ਲਗਾਤਾਰ, ਇਹਨੂੰ ਦੋਨੋਂ ਧਿਰਾਂ ਸੁਲਝਾ ਨਹੀਂ ਪਾਈਆਂ ਕਿ ਰੇਲ ਲਾਈਨਾਂ ਚੱਲਣ ਔਰ ਮਤਲਬ ਰੇਲਵੇ ਖਾਲੀ ਹੋ ਕੇ ਰੇਲ ਚੱਲੇ, ਉਹ ਮਾਲ ਗੱਡੀਆਂ ਵੀ ਚੱਲਣ ਅਤੇ ਪੈਸੰਜਰ ਵੀ ਚੱਲਣ। ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਰਹੇ ਨਹੀਂ ਜੀ ਪੈਸੰਜਰ ਵਾਲਾ ਸਾਡਾ ਕਾਇਮ ਰਹੇਗਾ, ਔਰ ਉਹਨਾਂ ਦੀ ਅੜੀ ਇਸ ਗੱਲ 'ਤੇ ਹੈ ਕਿ ਜੇ ਪੈਸੰਜਰ ਨਹੀਂ ਚੱਲਦੀਆਂ ਤਾਂ ਅਸੀਂ ਮਾਲ ਗੱਡੀ ਵੀ ਨਹੀਂ ਚਲਾਉਣੀ। ਇਹ ਅੜੀਅਲ ਰਵੱਈਆ ਕੇਂਦਰ ਦਾ ਵੀ ਹੈ, ਕੇਂਦਰ ਦਾ ਵੀ ਦਬਾਅ ਦਾ ਟੈਕਟਿਕਸ ਹੈ, ਪ੍ਰੈਸ਼ਰ ਦਾ ਇੱਕ ਪ੍ਰੈਸ਼ਰ ਇਸ ਲਈ ਪਾ ਰਹੀ ਹੈ ਕਿ ਹੁਣ ਤੁਸੀਂ ਘੁੰਡੀ 'ਚ ਆਏ ਹੋ ਅਤੇ ਤੁਹਾਡੇ ਨਾਲ ਅਸੀਂ ਇਹ ਮਤਲਬ ਵਰਤਾਰਾ ਕਰ ਰਹੇ ਹਾਂ। ਔਰ ਇਸੇ ਤਰ੍ਹਾਂ ਦੇ ਨਾਲ ਕਿਸਾਨ ਜਥੇਬੰਦੀਆਂ 'ਚ ਵੀ ਮੇਰੇ ਖਿਆਲ ਇੱਕ ਵੱਡੇ ਮਨ ਨਾਲ ਜੇ ਫੈਸਲਾ ਲੈ ਲੈਂਦੀਆਂ ਜਾਂ ਲੈ ਲੈਣ, ਪਹਿਲਾਂ ਤੋਂ ਵੀ ਜਦੋਂ ਚਰਚਾ ਚੱਲਦੀ ਹੈ ਕਿ ਪੈਸੰਜਰ ਗੱਡੀ ਜਾਂ ਦੂਜੀ ਗੱਡੀ ਕੋਈ ਵੀ ਗੱਡੀਆਂ ਕਾਫੀ ਲੰਬੇ ਸਮੇਂ ਤੱਕ ਰੋਕਤੀਆਂ। ਕਿਸਾਨਾਂ ਦਾ ਰੋਸ ਗੱਡੀਆਂ ਦੇ ਪੱਖ ਤੋਂ ਸੰਘਰਸ਼ ਦੇ ਵਿੱਚ ਮਤਲਬ ਲੋਕਾਂ ਨੂੰ ਪਤਾ ਲੱਗ ਚੁੱਕਿਆ ਦੇਸ਼ ਦੁਨੀਆ ਦੇ ਵਿੱਚ, ਅਤੇ ਸੰਘਰਸ਼ ਦੇ ਤੌਰ ਤਰੀਕੇ ਵੀ ਬਦਲਦੇ ਜ਼ਰੂਰੀ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹਦਾ ਮਤਲਬ ਨਹੀਂ ਹੁੰਦਾ ਕਿ ਸੰਘਰਸ਼ ਕਮਜ਼ੋਰ ਹੋ ਗਿਆ। ਸੰਘਰਸ਼ ਦੇ ਅਲਟਰਨੇਟਿਵ ਇਸ ਲੈਵਲ ਦੇ ਲੱਭਣੇ ਜਿਹਦੇ ਨਾਲ ਆਪਦਾ ਹੀ ਨੁਕਸਾਨ ਘੱਟੋ ਘੱਟ ਹੋਵੇ ਅਤੇ ਦੂਸਰੀ ਧਿਰ ਦਾ ਜ਼ਿਆਦਾ ਹੋਵੇ। ਔਰ ਇਹਦੇ 'ਚ ਜੇਕਰ ਇਹ ਫੈਸਲਾ ਲਿਆ ਜਾਂਦਾ ਤਾਂ ਇੱਕ ਹੱਦ ਤੱਕ ਮਾਹੌਲ ਇੱਕੋ ਨੁਕਤਾ ਮਿਲਿਆ ਹੋਇਆ ਜਿਹਦੇ ਨਾਲ ਤਬਾਹ ਮਰੋੜੀ ਜਾ ਰਹੀ ਹੈ, ਅਤੇ ਇਹ ਨੁਕਤਾ ਹੱਲ ਹੋ ਜਾਣਾ ਸੀ ਅਤੇ ਫਿਰ ਸ਼ਾਇਦ ਸਟਰਗਲ ਨੂੰ ਹੋਰ ਟਾਈਪ ਦਾ ਇੱਕ ਮਤਲਬ ਨਵਾਂ ਬਲ ਮਿਲਣਾ ਸੀ। ਸਗੋਂ ਇਸ ਸਾਰੇ ਮਾਮਲੇ 'ਚ ਇੱਥੇ ਮੈਨੂੰ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਵੀ ਰੀਥਿੰਕ ਕਰਨਾ ਚਾਹੀਦਾ, ਸ਼ੁਰੂ ਤੋਂ ਰਹਿ ਕੇ ਕਰਨਾ ਚਾਹੀਦਾ, ਕਾਫੀ ਦੇਰ ਤੋਂ ਜਦੋਂ ਤੋਂ ਇਹ ਗੱਲਬਾਤ ਚੱਲਦੀ ਹੈ। ਪਰ ਸਰਕਾਰ ਅੜੀਅਲ ਵਤੀਰਾ ਜਿਹੜਾ ਇਸ ਐਂਗਲ ਤੋਂ ਬਣਾ ਰਹੀ ਹੈ, ਉਹ ਸੁਲਝਾਉਣ ਦੀ ਬਜਾਏ ਇਹਨੂੰ ਹੋਰ ਉਲਝਾ ਨਾ ਦੇ ਕਿਤੇ ਇਹ ਨਾ ਮਾਮਲਾ ਚੱਲ ਜੇ।
ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਤੇ ਅਸੀਂ ਦੇਖ ਵੀ ਰਹੇ ਸੀਗੇ ਵੀ ਕੇਂਦਰ ਸਰਕਾਰ ਨੂੰ ਪਤਾ ਹੈ ਵੀ ਕਿ ਪੰਜਾਬ ਨੂੰ ਇਸ ਟਾਈਮ ਜਿਹੜੀ ਹੈਗੀ ਮਾਲ ਗੱਡੀਆਂ ਦੀ ਲੋੜ ਹੈ, ਪੰਜਾਬ ਵਿੱਚ ਮਾਲ ਗੱਡੀਆਂ ਚੱਲਣੀਆਂ ਚਾਹੀਦੀਆਂ ਨੇ। ਤਾਂ ਕੇਂਦਰ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਉਵੇਂ ਹੀ ਬਰਕਰਾਰ ਰੱਖਿਆ ਹੋਇਆ ਵੀ ਕਿ ਮਾਲ ਗੱਡੀਆਂ ਤਾਂ ਚੱਲਣਗੀਆਂ ਜੇ ਪੈਸੇਂਜਰ ਗੱਡੀਆਂ ਨੂੰ ਉਹ ਚੱਲਣ ਦੇਣਗੇ, ਰੇਲਵੇ ਟਰੈਕ ਪੂਰੀ ਤਰ੍ਹਾਂ ਖਾਲੀ ਕੀਤੇ ਜਾਣਗੇ। ਤੇ ਇਹ ਕੇਂਦਰ ਸਰਕਾਰ ਨੇ ਮੁੜ ਇਹੋ ਜਿਹੀ ਗੱਲਾਂ ਕਰੀਆਂ ਕਿਸਾਨਾਂ ਨਾਲ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਫੇਰ ਕਿਹਾ ਗਿਆ ਵੀ ਕਿ ਅਸੀਂ ਤੁਹਾਡੇ ਖਦਸ਼ਿਆਂ ਦੇ ਨਿਵਾਰਨ ਲਈ ਇੱਕ ਕਮੇਟੀ ਬਣਾ ਦਿੰਦੇ ਹਾਂ, ਜਿਹੜੀ ਕਿ ਤੁਹਾਡੀ ਸਾਰੇ ਮਾਮਲਿਆਂ ਨੂੰ ਲੈ ਕੇ ਵਿਚਾਰ ਚਰਚਾ ਕਰੇਗੀ। ਉਦੋਂ ਤੱਕ ਤੁਸੀਂ ਆਪਣੇ ਧਰਨੇ ਆ ਜਿਹੜੇ ਮੁਅੱਤਲ ਕਰ ਦਿਓ। ਪਰ ਕਿਸਾਨ ਜਥੇਬੰਦੀਆਂ ਨੇ ਆਪਣੀ ਅੜੀ ਉਵੇਂ ਰੱਖੀ ਹੋਈ ਵੀ ਕਿ ਅਸੀਂ ਆਪਣੀ ਗੱਲ ਜਦ ਤੱਕ ਸਾਡੀ ਨਹੀਂ ਮੰਨੀ ਜਾਂਦੀ ਅਸੀਂ ਧਰਨੇ ਨਹੀਂ ਚੱਕਾਂਗੇ। ਤੁਹਾਨੂੰ ਨਹੀਂ ਲੱਗਦਾ ਕੇਂਦਰ ਸਰਕਾਰ ਪਹਿਲਾਂ ਮਾਲ ਗੱਡੀਆਂ ਦੀ ਗੱਲਾਂ ਤੇ ਨਾਲ ਪੈਸੇਂਜਰ ਗੱਡੀਆਂ ਨੂੰ ਜੋੜ ਕੇ ਤੇ ਹੁਣ ਇਹ ਕਮੇਟੀ ਦੇ ਸਿਰ ਤੇ ਵੀ ਕਮੇਟੀ ਤੁਹਾਡੀ ਗੱਲਾਂ ਤੇ ਵਿਚਾਰ ਕਰੇਗੀ, ਇਹ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਕਿੱਥੇ ਵੀ ਇਹ ਸੰਘਰਸ਼ ਦੀ ਜਿਹੜੀ ਲੜੀ ਹੈ ਟੁੱਟ ਜਾਵੇ? ਨਹੀਂ, ਕੇਂਦਰ ਨੇ ਤਾਂ ਕਰਨਾ ਹੀ ਹੈ ਕਿਉਂਕਿ ਉਹਦੇ ਕਾਨੂੰਨ ਆਪਣੇ ਨੇ। ਇਹ ਤਾਂ ਲੌਜੀਕਲ ਗੱਲ ਹੈ, ਇਹ ਕੋਈ ਬਹੁਤ ਅਚੰਭੇ ਵਾਲੀ ਗੱਲ ਨਹੀਂ ਹੈ ਕਿ ਕੇਂਦਰ ਇਹ ਨਹੀਂ ਕਰੂਗਾ। ਕੇਂਦਰ ਤਾਂ ਕਰੂਗਾ ਹੀ। ਜਿਹਨੇ ਕਾਨੂੰਨ ਬਣਾਏ ਨੇ ਉਹ ਆਪਦੇ ਪੱਖ ਦੇ ਵਿੱਚ ਖੜੂਗਾ ਤੇ ਉਹਨੇ ਕਿਉਂ ਮਜ਼ਬੂਤ ਸੰਘਰਸ਼ ਕਰਾਉਣਾ ਹੈ ਜੀ। ਸੰਘਰਸ਼ ਤਾਂ ਉਹਦਾ ਮਜ਼ਬੂਤ ਨਹੀਂ ਹੋਣ ਦੇਗਾ। ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂਗਾ ਕਿ ਇਹ ਕਿਵੇਂ ਨਾ ਕਿਵੇਂ ਕਿਉਂਟਿਆ ਜਾਵੇ, ਇਹ ਅੱਗੇ ਨਾ ਵਧੇ। ਇਹ ਜਿਹੜੀਆਂ ਲੜ ਰਹੀਆਂ ਧਿਰਾਂ ਨੇ ਉਹਨਾਂ ਨੇ ਜ਼ਿਆਦਾ ਦੇਖਣਾ ਹੁੰਦਾ ਕਿ ਇਸ ਨੂੰ ਲੰਮੇ ਸਮੇਂ ਤੱਕ ਸੋਲਿਡਲੀ ਕਿਸ ਤਰੀਕੇ ਦੇ ਨਾਲ ਗੱਲ ਕੀਤੀ ਜਾਂਦੀ ਹੈ। ਪਰ ਇੱਕ ਗੱਲ ਹੈ ਕਿ ਇਹ ਹੁਣ ਸਿਲਸਿਲਾ ਸ਼ਾਇਦ ਮੀਟਿੰਗਾਂ ਦਾ ਹੋਰ ਚੱਲੇ। ਇਹ ਕਿਸਾਨਾਂ ਦੀਆਂ ਮੀਟਿੰਗਾਂ 'ਤੇ ਡਿਪੈਂਡ ਕਰੇਗਾ। ਜਿਹੜੀ 18 ਤਰੀਕ ਦੀ ਮੀਟਿੰਗ ਰੱਖੀ ਹੈ ਉਹਦੇ 'ਚ ਕੀ ਫੈਸਲੇ ਲੈਂਦੀਆਂ ਨੇ। ਹਾਲਾਂਕਿ ਅਜੇ ਵੀ ਕੁਝ ਚੀਜ਼ਾਂ ਅਜੇ ਕਿਸਾਨਾਂ ਦੀਆਂ ਜਥੇਬੰਦੀਆਂ 'ਚ ਕੁਝ 'ਚ ਸਹਿਮਤੀ, ਕੁਝ ਗੱਲਾਂ 'ਤੇ ਨਹੀਂ ਹੈ, ਜਿਹਨੂੰ ਹੋਰ ਸਹਿਮਤੀ ਵੱਲ ਲਿਆਉਣ ਦੀ ਲੋੜ ਹੈ। ਜ਼ਿਆਦਾ ਸਹਿਮਤੀ ਚਾਹੀਦੀ ਹੈ। ਔਰ ਇੱਕ ਜਥੇਬੰਦੀ ਤਾਂ ਗਈ ਨਹੀਂ ਗੱਲਬਾਤ ਦੇ ਵਿੱਚ, ਦੂਜੀ ਇਕੱਲੇ ਤੌਰ 'ਤੇ ਨਾਲ ਗਈ, ਮਤਲਬ ਨਾਲ ਉਸ ਰੂਪ ਦੇ ਵਿੱਚ ਨਹੀਂ ਸੀਗੀ। ਇਹਨੂੰ ਉਸ ਪਾਸੇ ਵੱਲ ਜਾਣ ਦੀ ਲੋੜ ਹੈ। ਔਰ ਐਕਸਪਰਟਸ ਦੀ ਰਾਏ ਵੀ ਕਿਸਾਨ ਜਥੇਬੰਦੀਆਂ ਨੂੰ ਚਾਹੀਦੀ ਹੁੰਦੀ ਹੈ। ਕਈ ਵਾਰ ਉਹਨਾਂ ਨੂੰ ਵੀ ਉੱਥੇ ਭੁਗਤਾਇਆ ਜਾ ਸਕਦਾ ਆਪਦੇ ਪੱਖ ਦੇ ਵਿੱਚ, ਜੇਕਰ ਉਹ ਮਤਲਬ ਉਸ ਅੰਦੋਲਨ ਨੂੰ ਸੋਲਿਡ ਤਰੀਕੇ ਦੇ ਨਾਲ ਗੱਲ ਕਰਦੇ ਨੇ। ਇਸ ਕਰਕੇ ਇਹ ਜ਼ਰੂਰੀ ਹੈ ਕਿ 18 ਦੀ ਮੀਟਿੰਗ ਹੁਣ ਇਸ ਲੈਵਲ ਤੇ ਡਿਸਾਈਡ ਹੋਏਗੀ। 18 ਦੀ ਮੀਟਿੰਗ ਦੋ ਪੱਖਾਂ ਤੋਂ ਹੋਏਗੀ। ਇੱਕ ਤਾਂ ਕੇਂਦਰ ਸਰਕਾਰ ਨੂੰ ਜਵਾਬ ਕੀ ਦੇਣਾ ਹੈ, ਅਗਲੀ ਮੀਟਿੰਗ ਜਿਹੜੀ ਕੋਈ ਰੱਖੀ ਜਾਂਦੀ ਹੈ ਜਾਂ ਕਿਵੇਂ ਹੈ, ਜਾਂ ਕਮੇਟੀ ਤੇ ਸਹਿਮਤੀ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ। ਦੂਜੀ ਇਸ ਕਰਕੇ ਮਤਲਬ ਮਹੱਤਵਪੂਰਨ ਹੋਏਗੀ ਕਿ 26-27 ਦਾ ਜਿਹੜਾ ਇੱਕ ਅੰਦੋਲਨ ਰੱਖਿਆ ਹੋਇਆ ਉਹ ਆਲ ਇੰਡੀਆ ਲੈਵਲ ਦਾ ਕਿ ਦਿੱਲੀ ਦਾ ਘਿਰਾਓ ਕਰਨਾ, ਤੇ ਉਹ ਘਿਰਾਓ ਦੇ ਬਾਰੇ ਕੀ ਰਣਨੀਤੀ ਉਸ ਤੋਂ ਬਾਅਦ ਬਣਦੀ ਹੈ। ਹੁਣ ਤੱਕ ਐਲਾਨ ਇਹ ਤਾਂ ਹੋ ਗਿਆ ਕਿ 26-27 ਜਿਹੜਾ ਜਾਰੀ ਰਹੇਗਾ, ਬਰਕਰਾਰ ਰਹੇਗਾ। ਔਰ ਜੇ ਅੰਦੋਲਨ 26-27 ਦਾ ਉਸ ਲੈਵਲ ਤੇ ਬਰਕਰਾਰ ਰਹਿੰਦਾ ਹੈ ਔਰ ਚੰਗੇ ਤਰੀਕੇ ਨਾਲ ਹੁੰਦਾ ਹੈ, ਆਲ ਇੰਡੀਆ ਲੈਵਲ ਦਾ ਹੁੰਦਾ ਹੈ, ਤਾਂ ਕੇਂਦਰ ਸਰਕਾਰ ਦਾ ਸਮਝੌਤਾ ਵੀ ਇਕੱਲੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਨਹੀਂ ਪੁੱਗਣਾ। ਫਿਰ ਸਮਝੌਤੇ 'ਚ ਦੂਜੀਆਂ ਧਿਰਾਂ ਨੂੰ ਵੀ ਇਨਵੋਲਵ ਕਰਨਾ ਹੀ ਪਏਗਾ ਜੇ ਇਹ ਅੰਦੋਲਨ ਫੈਲਦਾ ਉਸ ਪੱਧਰ ਦੇ ਉੱਤੇ। ਇਸ ਕਰਕੇ ਇਹ ਜ਼ਰੂਰੀ ਹੈ ਚੀਜ਼ਾਂ ਕਿ ਇਹਨੂੰ ਮਤਲਬ ਹਲਕੇ 'ਚ ਨਹੀਂ, ਔਰ ਲੰਮੀ ਗੱਲਾਂ ਬਾਤਾਂ ਚੱਲਣਗੀਆਂ, ਲੰਮੇ ਸਮੇਂ ਲੰਮੇ ਦਾ ਤੋਂ ਵੀ ਚੱਲਣਗੀਆਂ। ਐਡੀ ਜਲਦੀ ਐਡੇ ਵੱਡੇ ਜਿਹੜੇ ਅੰਦੋਲਨ ਹੁੰਦੇ ਨੇ ਉਹਨਾਂ ਦਾ ਕੋਈ ਸੋਲੂਸ਼ਨ ਤੁਰੰਤ ਨਿਕਲੇ, ਤੁਰੰਤ ਵਾਲੀ ਖਾਸ ਤਾਂ ਨਹੀਂ ਹੁੰਦੀ। ਪਰ ਇਹ ਕਿਸਾਨ ਲੀਡਰਾਂ 'ਤੇ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਡੀ ਪਈ ਜਾ ਰਹੀ ਹੈ ਕਿ ਉਹ ਕੀ ਫੈਸਲਾ ਲੈਣਗੇ ਆਪਣੇ ਤਰੀਕੇ ਦੇ ਨਾਲ। ਜੀ ਹਮੀਰ ਸਿੰਘ ਜੀ, ਇਹ ਤਾਂ ਸੀ ਕਿਸਾਨ ਅੰਦੋਲਨ ਦੀ ਗੱਲ। ਜੇਕਰ ਹੁਣ ਅਸੀਂ ਗੱਲ ਕਰੀਏ ਪ੍ਰਦੂਸ਼ਣ ਦੀ, ਵੀ ਕਿ ਐਨਜੀਟੀ ਵੱਲੋਂ ਦਿੱਲੀ ਐਨਸੀਆਰ ਦੇ ਵਿੱਚ ਪ੍ਰਦੂਸ਼ਣ ਵਧਣ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਸਖਤ ਆਦੇਸ਼ ਸੁਣਾਏ ਗਏ ਨੇ, ਜਿਨ੍ਹਾਂ ਵਿੱਚ ਪਰਾਲੀ ਸਾੜਨ ਦਾ ਮੁੱਦਾ ਵੀ ਉਹਨਾਂ ਨੇ ਉਠਾਇਆ ਸੀ ਕਿ ਜਿਹੜਾ ਪਰਾਲੀ ਸਾੜੇਗਾ ਉਹਨੂੰ 1 ਕਰੋੜ ਰੁਪਏ ਤੱਕ ਜੁਰਮਾਨਾ ਤੇ ਸਜ਼ਾ ਵੀ ਹੋਵੇਗੀ। ਤੇ ਉਹਦੇ ਨਾਲ ਹੀ ਜਿਹੜਾ ਦੀਵਾਲੀ ਮੌਕੇ ਪਟਾਕੇ ਜਿਹੜੇ ਸੀਗੇ ਨਾ ਚਲਾਉਣ ਦੇ ਆਦੇਸ਼ ਵੀ ਦਿੱਤੇ ਆ। ਜਿਵੇਂ ਦਿੱਲੀ ਐਨਸੀਆਰ ਦੇ ਵਿੱਚ ਪਟਾਕਿਆਂ ਤੇ ਪਾਬੰਦੀ ਲਾਈ ਗਈ, ਉਹਦੇ ਬਾਵਜੂਦ ਦਿੱਲੀ ਐਨਸੀਆਰ 'ਚ ਪਟਾਕੇ ਚੱਲੇ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪਟਾਕਿਆਂ ਤੇ ਪਾਬੰਦੀ ਲਾਈ ਗਈ, ਉਰੇ ਵੀ ਪਟਾਕੇ ਜਿਹੜੇ ਹੈਗੇ ਚੱਲਦੇ ਦਿਖਾਈ ਦਿੱਤੇ ਨੇ। ਤੁਸੀਂ ਇਹਨਾਂ ਸਭ ਨੂੰ ਪ੍ਰਦੂਸ਼ਣ ਦੇ ਜਿਹੜਾ ਹੋ ਰਿਹਾ ਵੱਧਦਾ ਜਾ ਰਿਹਾ, ਇਹਨੂੰ ਕਿਵੇਂ ਦੇਖੋਗੇ? ਇਹਦੇ 'ਚ ਪਹਿਲੀ ਗੱਲ ਤਾਂ ਪਾਲਿਸੀ ਦਾ ਸਵਾਲ ਹੈ। ਪਾਲਿਸੀ ਦੇ ਤੌਰ ਤੇ ਤੁਸੀਂ ਦਰਜਾਬੰਦੀ ਕਰਤੀ ਕਿ ਜਿੱਥੇ ਬਹੁਤ ਗੰਭੀਰ ਹਾਲਤ ਹੈ ਉੱਥੇ ਤਾਂ ਬਿਲਕੁਲ ਨਹੀਂ ਚਲਾਉਣਾ, ਜਿੱਥੇ ਉਦੋਂ ਥੋੜ੍ਹੀ ਜਿਹੀ ਹਾਲਤ ਹੈ ਉਹ 'ਚ ਵੀ ਗ੍ਰੀਨ ਪਟਾਕੇ ਚਲਾਓ, ਜਿੱਥੇ ਥੋੜ੍ਹਾ ਜਿਹਾ ਠੀਕ ਹੈ ਮੌਸਮ ਮੁਕਾਬਲਤਨ ਮਤਲਬ ਪ੍ਰਦੂਸ਼ਣ ਉਹਨਾਂ ਨਹੀਂ ਉੱਥੇ ਚਲਾ ਲਓ। ਕੀ ਨੀਤੀ ਦੇ ਤੌਰ ਤੇ ਮਤਲਬ ਜਿੱਥੇ ਥੋੜ੍ਹਾ ਜਿਹਾ ਨਹੀਂ ਖਰਾਬ ਹੈ ਉੱਥੇ ਖਰਾਬ ਕਰਨ ਦੀ ਇਜਾਜ਼ਤ ਦੇ ਰਹੇ ਹੋ ਤੁਸੀਂ? ਕਿਉਂ? ਜੇਕਰ ਤੁਸੀਂ ਬੰਦ ਕਰਨਾ, ਇਹ ਠੀਕ ਹੈ ਗੱਲ ਕਿ ਜਿਹੜੇ ਫੈਸਲੇ ਆਉਂਦੇ ਨੇ ਇਹ ਫੈਸਲੇ ਉਦੋਂ ਆਉਂਦੇ ਨੇ ਜਦੋਂ ਜਮਾ 4 ਦਿਨ 2 ਦਿਨ ਰਹਿ ਜਾਂਦੇ ਨੇ। ਕਿਉਂ 1 ਸਾਲ ਪਹਿਲਾਂ ਨਹੀਂ ਦੱਸਦੇ ਕਿ ਅਗਲੇ ਸਾਲ ਤੋਂ ਇਹ ਪਟਾਕੇ
ਨਹੀਂ ਚਲਾਏ ਜਾਣਗੇ ਇਸ ਤਰੀਕੇ ਦੇ ਨਾਲ, ਇਹਨਾਂ ਚ ਕਰਕੇ ਬੰਦ ਰਹੇਗਾ ਤਾਂ ਕਿ ਉਹ ਫੈਕਟਰੀਆਂ ਵੀ ਨਾ ਬਣਾਉਣ ਤੇ ਜਿਹੜੇ ਲੋਕ ਅੱਗੇ ਡੀਲਰ ਨੇ, ਅੱਗੇ ਲੋਕ ਉਹਦੇ ਤੇ ਰੁਜ਼ਗਾਰ ਦੀ ਗੱਲ ਕਰਦੇ ਨੇ, ਉਹ ਕੋਈ ਹੋਰ ਰੁਜ਼ਗਾਰ ਕਿਤੇ ਨਾ ਕਿਤੇ ਲੱਭ ਲੈਣ। ਮੌਕੇ ਤੇ ਆ ਕੇ ਤੁਸੀਂ ਉਹ ਪੰਗਾ ਖੜਾ ਕਰ ਦਿੰਦੇ ਹੋ ਆ ਕੇ, ਤੇ ਨਾ ਉਧਰ ਦਾ ਉਹਨਾਂ ਦਾ ਪ੍ਰੈਸ਼ਰ ਪੈਣਾ ਵੀ ਜ਼ਰੂਰੀ ਹੁੰਦਾ। ਅਗਲਾ ਕਹਿੰਦਾ ਮੈਂ ਕੀ ਕਰਾਂ ਜੀ, ਮੇਰਾ ਤਾਂ ਬਿਜ਼ਨਸ ਹੈ, ਮੇਰਾ ਵਪਾਰ ਜਾਂਦਾ ਤੇ ਜਿਹੜੇ ਬਾਕੀ ਦੇ ਬੰਦੇ ਨੇ ਉਹਨਾਂ ਤੇ ਤੁਸੀਂ ਮੋਟੀਆਂ ਚੀਜ਼ਾਂ ਕਰਦੇ ਹੋ ਜੀ, ਅਸੀਂ ਪਰਚਾ ਦਰਜ ਕਰ ਦਾਂਗੇ ਫਲਾਨਾ। ਕੇਵਲ ਉਹ ਜਿਹੜਾ ਇੱਕ ਐਂਗਲ ਹੁੰਦਾ ਉਹ ਵਰਕੇਬਲ ਨਹੀਂ ਹੈ। ਸਾਰੀਆਂ ਗੱਲਾਂ 'ਚ ਦੇਖ ਲਿਆ ਸਾਡੇ ਦੇਸ਼ 'ਚ ਕਾਨੂੰਨ ਦਾ ਹਾਲ ਕੀ ਹੈ। ਰੂਲ ਆਫ ਲਾ ਬਹੁਤ ਕਮਜ਼ੋਰ ਹਾਲਤ ਦੇ ਵਿੱਚ ਹੈ। ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਆਂ ਹੁੰਦੀਆਂ ਨੇ ਉਹ ਆਪ ਨਾਲ ਮਿਲ ਮੁਲ ਕੇ ਉਸੇ ਲੈਵਲ 'ਤੇ ਕੰਮ ਕਰਦੇ ਨੇ, ਵੱਡੇ ਮੁੱਦਿਆਂ ਦੇ, ਹੋਰਾਂ ਮੁੱਦਿਆਂ ਦੇ ਉੱਤੇ ਵੀ। ਤਾਂ ਸਾਨੂੰ ਉਸ ਤਰੀਕੇ ਦੇ ਲਈ ਨਾਲ ਸਿੱਝਣਾ ਚਾਹੀਦਾ, ਲੋਕਾਂ ਨੂੰ ਜਾਗਰੂਕ ਵੀ ਕਰਨਾ ਚਾਹੀਦਾ। ਔਰ ਜਾਗਰੂਕ ਐ ਨਹੀਂ ਕਿ ਮਤਲਬ ਬਿਨਾਂ ਪਾਣੀ ਮੌਜੇ ਖੋਲ ਲਓ, ਐਵੇਂ ਤੁਰੇ ਫਿਰੋ ਜੋ ਮਰਜ਼ੀ ਹੈ। ਬਿਲਕੁਲ ਕੇਂਦਰਿਤ ਕਰਕੇ ਵਾਤਾਵਰਨ ਦਾ ਇੱਕ ਬੜਾ ਸੀਰੀਅਸ ਮੁੱਦਾ ਹੈ, ਦੁਨੀਆ ਪੱਧਰ ਦਾ ਮੁੱਦਾ ਹੈ, ਇਕੱਲਾ ਸਾਡਾ ਮੁੱਦਾ ਨਹੀਂ ਹੈ। ਔਰ ਇਹ ਗਲੋਬਲ ਅਪਰੋਚ ਦਾ ਮੁੱਦਾ ਹੈ। ਵੈਸੇ ਤਾਂ ਇਕੱਲਾ ਇੱਥੇ ਨਹੀਂ ਹੈ। ਪਰਾਲੀ ਵੀ ਜੇਕਰ ਤੁਸੀਂ ਲਾਇਆ ਕਿ 1 ਕਰੋੜ ਰੁਪਏ ਤੱਕ ਜੁਰਮਾਨਾ ਕਰਤਾ ਤੇ 5 ਲੱਖ ਸਾਲ ਤੱਕ ਸਜ਼ਾ ਕਰਤੀ, ਇਹਦੇ ਨਾਲ ਥੋੜ੍ਹੀ ਚੀਜ਼ਾਂ ਹੱਲ ਹੁੰਦੀਆਂ ਨੇ। ਪੁਨਿਸ਼ਮੈਂਟ ਨਾਲ ਤਾਂ ਤੁਸੀਂ ਰੇਪ ਕੇਸ ਬੰਦ ਕਰਤੇ, ਤੁਸੀਂ ਫਾਂਸੀ ਦੇਣੀ ਸ਼ੁਰੂ ਕਰ ਦਿਓ। ਜਾਂ ਕਦੇ ਪਹਿਲਾਂ ਪੁਰਾਣੇ ਜ਼ਮਾਨਿਆਂ 'ਚ ਇਹ ਚੀਜ਼ਾਂ ਹੁੰਦੀਆਂ ਸੀ, ਫਾਂਸੀ ਮਿਲ ਜਾਂਦੀ ਸੀ, ਗੋਲੀ ਮਾਰ ਦਿੰਦੇ ਸੀ। ਬਾਕੀ ਹੈ ਲੋਕ ਸੱਭਿਅਕ ਹੋ ਕੇ ਹਟਣਗੇ, ਨਾ ਕਿ ਇਸ ਕਰਕੇ ਇਕੱਲਾ ਹਟਣਗੇ ਕਿ ਤੁਸੀਂ ਉਹਦੇ ਤੇ ਉਹ ਵੀ ਐਕਸ਼ਨ ਵੀ ਜਿਹੜਾ ਲਓਗੇ ਉਹ ਐਕਸ਼ਨ ਵੀ ਮਨਮਾਨੇ ਢੰਗ ਨਾਲ ਲਓਗੇ। 2 ਨੂੰ ਛੱਡ ਦੋਗੇ, 2 ਤੇ ਲੈ ਲਓਗੇ। ਜਿਹੜੇ ਬੰਦੇ ਤੁਹਾਡੇ ਮੋਹਤਬਰ ਨੇ ਉਹਨਾਂ ਨੂੰ ਕੁਝ ਨਹੀਂ ਕਹੋਗੇ ਤੇ ਦੂਜਿਆਂ ਤੇ ਲਾਗੂ ਕਰ ਦੋਗੇ। ਉਹ ਚੀਜ਼ਾਂ ਨੂੰ ਵੀ ਸੋਚਣ ਦੀ ਲੋੜ ਹੈ। ਔਰ ਇਸੇ ਕਰਕੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਪ੍ਰਦੂਸ਼ਣ ਵੱਧ ਰਿਹਾ, ਵਾਤਾਵਰਨ ਖਰਾਬ ਹੋ ਰਿਹਾ ਤੇ ਤੁਸੀਂ ਐਕਸ਼ਨ ਲੈ ਰਹੇ ਹੋ। ਦੂਜੇ ਪਾਸੇ ਗਵਰਨਮੈਂਟ ਆਫ ਇੰਡੀਆ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਆ ਵਾਤਾਵਰਨ ਤੇ ਕਿ ਕਿੰਨੀਆਂ ਹੀ ਫੈਕਟਰੀਆਂ ਨੂੰ ਪਬਲਿਕ ਹੀਅਰਿੰਗ ਤੋਂ ਛੂਟ ਹੈ, ਅੱਗੇ ਨੂੰ ਜਿੱਥੇ ਮਰਜ਼ੀ ਲਾ ਸਕਦੇ ਹੋ। ਕਿਉਂ ਜੀ? ਉਹ ਪੋਲੂਸ਼ਨ ਕਿੱਧਰ ਜਾਊਗਾ? ਤੁਹਾਡੀ ਪਾਲਿਸੀ ਲੈਵਲ ਤੇ ਉਹਦੇ ਲਾਗੂ ਕਰਨ ਤੇ ਤੁਹਾਡੀ ਨੀਅਤ ਜਿਹੜੀ ਹੈ, ਇਹ ਤਿੰਨੋਂ ਚੀਜ਼ਾਂ ਤੇ ਪ੍ਰੋਬਲਮ ਹੈ। ਇਹਨੂੰ ਮਤਲਬ ਸਾਹਮਣੇ ਰੱਖ ਕੇ ਹੀ ਦੇਖਿਆ ਜਾ ਸਕਦਾ, ਡਿਬੇਟ ਹੋਣੀ ਚਾਹੀਦੀ ਹੈ। ਹਮੀਰ ਸਿੰਘ ਜੀ, ਜਿਹੜੀ ਕੇਂਦਰ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ ਨਵੀਂ ਪਾਲਿਸੀਆਂ, ਨੀਤੀਆਂ ਤਿਆਰ ਕਰ ਦਿੱਤੀਆਂ ਜਾਂਦੀਆਂ, ਪਰ ਉਹਨਾਂ ਜਿਹੜਾ ਜ਼ਮੀਨੀ ਪੱਧਰ ਤੇ ਉਹਨਾਂ ਦੀ ਲਾਗੂ ਨਹੀਂ ਕੀਤਾ ਜਾਂਦਾ, ਉਸ ਤਰ੍ਹਾਂ ਦੀ ਸਖਤੀ ਨਹੀਂ ਹੁੰਦੀ। ਉਸ ਨੂੰ ਕਿਵੇਂ ਦੇਖਿਆ ਜਾ ਸਕਦਾ? ਇਹਦੇ ਨਾਲ ਹੀ ਅਸੀਂ ਗੱਲ ਕਰੀਏ ਸਮਾਜ ਸੇਵੀ ਸੰਸਥਾਵਾਂ ਦੀ, ਜਿਹੜੀ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਵਿੱਚ ਬਹੁਤ ਵੱਡਾ ਇੱਕ ਅਹਿਮ ਰੋਲ ਨਿਭਾਉਂਦੀਆਂ ਨੇ, ਪਰ ਉਹ ਆਪਣਾ ਉਸ ਤਰ੍ਹਾਂ ਦਾ ਕੰਮ ਨਹੀਂ ਕਰ ਪਾਉਂਦੀਆਂ। ਦੂਜੇ ਪਾਸੇ ਸਮਾਜਿਕ ਜਥੇਬੰਦੀਆਂ ਕਹਿੰਦੀਆਂ ਜ਼ਰੂਰ ਨੇ ਵੀ ਕਿ ਪ੍ਰਦੂਸ਼ਣ ਵੱਧ ਰਿਹਾ, ਪਰ ਉਹ ਜਿਹੜਾ ਹੈਗਾ ਨਾ ਤਾਂ ਆਪ ਇਹਨਾਂ ਗੱਲਾਂ ਤੇ ਅਮਲ ਕਰਦੀਆਂ, ਨਾ ਲੋਕਾਂ ਨੂੰ ਕਰਵਾ ਪਾਉਂਦੀਆਂ। ਉਸ ਨੂੰ ਕਿਵੇਂ ਦੇਖੋਗੇ? ਬਿਲਕੁਲ ਇੱਕ ਸਮਾਜ ਦਾ ਇੱਕ ਮਤਲਬ ਤੌਰ ਤਰੀਕਾ ਹੁੰਦਾ ਚੱਲਣ ਦਾ। ਇਹ ਠੀਕ ਹੈ ਕਿ ਸਾਡੇ ਸਮਾਜ 'ਚ, ਸਾਡੇ ਸੱਭਿਆਚਾਰ ਦੇ ਵਿੱਚ ਜਿਹੜਾ ਖੁਸ਼ੀ ਮਨਾਉਣ ਦਾ ਤਰੀਕਾ ਹੈ ਉਹ ਢੋਲ ਵਜਾ ਕੇ, ਨੱਚ ਕੇ ਤੇ ਬਾਕੀ ਚੀਜ਼ਾਂ ਨਾਲ ਕਰਨ ਦਾ ਇੱਕ ਰਿਵਾਜ ਹੈ, ਰਿਵਾਜ ਨੇ ਪੇਸ਼ਤੀ ਦੇ ਵਿੱਚ। ਪਰ ਉਹ ਰਿਵਾਜਾਂ 'ਤੇ ਵੀ ਸੋਚਣਾ ਪੈਂਦਾ ਬਹੁਤ ਵਾਰ ਕਿ ਤੁਸੀਂ ਕੀ ਕਰ ਰਹੇ ਹੋ ਤੇ ਕਿਵੇਂ ਕਰ ਰਹੇ ਹੋ। ਸ਼ਾਇਦ ਇਸੇ ਕਰਕੇ ਹੀ ਹੈ ਕਿ ਬੱਚਿਆਂ ਨੂੰ ਤੁਸੀਂ ਸ਼ੁਰੂ ਤੋਂ ਹੀ ਇਹ ਆਦਤ ਜਾਂ ਇਹੋ ਜਿਹੀਆਂ ਚੀਜ਼ਾਂ ਦਿਖਾਉਂਦੇ ਹੋ, ਇਹੋ ਜਿਹੀਆਂ ਫਿਲਮਾਂ ਦਿਖਾਉਂਦੇ ਹੋ, ਇਹੋ ਜਿਹੇ ਮਾਹੌਲ 'ਚ ਉਹਨਾਂ ਦਾ ਪਾਲਣ ਪੋਸ਼ਣ ਹੁੰਦਾ ਤੇ ਉਹ ਜਿੱਦ ਕਰਦੇ ਨੇ ਪਟਾਕੇ ਮੰਗਣ ਦੀ ਜਾਂ ਬਾਕੀ ਦੀ, ਤੇ ਤੁਸੀਂ ਕਹਿੰਦੇ ਚਲੋ ਜੀ ਠੀਕ ਹੈ ਚਲਾਓ। ਪੇਰੈਂਟਸ ਤੋਂ ਬਿਨਾਂ ਤਾਂ ਇਹ ਚੀਜ਼ਾਂ ਨਹੀਂ ਨਾ ਹੋ ਸਕਦੀਆਂ ਇੱਕ ਪੂਰੀ ਦੇ ਪੂਰਾ। ਅਗਲੀ ਗੱਲ ਇਹ ਹੈ ਕਿ ਸਰਕਾਰੀ ਪੱਧਰ ਤੇ ਤੁਸੀਂ ਕੋਈ ਠੋਸ ਪਾਲਿਸੀ ਉਹ ਨਹੀਂ ਬਣਾਈ ਹੋਈ ਉਹਨਾਂ ਸਾਰੇ ਮੁੱਦਿਆਂ ਤੇ, ਇਨਵਾਇਰਨਮੈਂਟ ਦੇ ਇਹਨਾਂ ਮੁੱਦਿਆਂ ਤੇ ਈਵਨ ਜੇਕਰ ਵੱਡੀਆਂ ਜਥੇਬੰਦੀਆਂ ਦੀ ਗੱਲ ਕਰੇ, ਮੈਂ ਤਾਂ ਪਹਿਲੀ ਵਾਰ ਖੈਰ ਦੀਵਾਲੀ ਦਰਬਾਰ ਸਾਹਿਬ ਦੇ ਵਿੱਚ ਦੇਖੀ ਹੈ, ਮਤਲਬ ਅੰਮ੍ਰਿਤਸਰ ਦੀ ਦੀਵਾਲੀ, ਤੇ ਉੱਥੇ ਵੀ ਜਿਸ ਲੈਵਲ ਦੀਆਂ ਆਤਿਸ਼ਬਾਜ਼ੀਆਂ ਚੱਲਦੀਆਂ ਨੇ, ਉੱਥੇ ਇੱਕ ਸੰਦੇਸ਼ ਦਿੱਤਾ ਜਾਂਦਾ ਦੁਨੀਆ ਨੂੰ। ਤੇ ਜਿਹੜਾ ਬਲਿਹਾਰੀ ਕੁਦਰਤ ਵਸੀਏ ਦਾ ਸੰਦੇਸ਼ ਹੈ, ਜਿਹੜਾ ਸੰਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ, ਜਿੱਥੇ ਇਹ ਹੈ ਕਿ ਇਸ ਲੈਵਲ ਦਾ ਉਦੋਂ, ਜਦੋਂ ਹਾਲਾਂਕਿ ਪ੍ਰਦੂਸ਼ਣ ਜਾਂ ਬਾਕੀ ਚੀਜ਼ਾਂ ਐਡੀਆਂ ਇੰਪੋਰਟੈਂਟ ਨਹੀਂ ਸੀ, ਤੇ ਉਦੋਂ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਇਹਨਾਂ ਚੀਜ਼ਾਂ ਦਾ ਕਿਵੇਂ ਖਿਆਲ ਰੱਖਣਾ, ਇਹਨਾਂ ਦੀ ਵਰਤੋਂ ਜਾਂ ਬਾਕੀ ਹੈ। ਉੱਥੋਂ ਸ਼ਾਇਦ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਾਂ ਬਾਕੀ ਦੀਆਂ ਸੰਸਥਾਵਾਂ ਨੇ, ਉਹਨਾਂ ਨੂੰ ਗੁਰੇਜ਼ ਕਰਨ, ਉਹਨਾਂ ਨੂੰ ਖੁਸ਼ੀ ਦਾ ਤਰੀਕਾ ਕੋਈ ਹੋਰ ਲੱਭਣਾ ਚਾਹੀਦਾ। ਦੀਵਾਲੀ ਤੇ ਬੰਦੀ ਛੋੜ ਦਿਵਸ, ਬੰਦੀ ਛੋੜ ਦਿਵਸ ਉਹਦੇ ਨਾਲ ਜੁੜਿਆ ਹੋਇਆ ਤੇ ਉਹਦੇ ਤੇ ਖੁਸ਼ੀ ਮਨਾਉਣ ਦਾ। ਤੇ ਜਿਹੜੀ ਚੀਜ਼ ਵਾਤਾਵਰਨ ਨੂੰ ਪਲੀਤ ਕਰਦੀ ਹੈ, ਚਾਹੇ ਉਹ ਆਵਾਜ਼ ਦਾ ਪ੍ਰਦੂਸ਼ਣ ਹੈ, ਚਾਹੇ ਉਹ ਹਵਾ ਦਾ ਪ੍ਰਦੂਸ਼ਣ ਹੈ, ਜਿਹੜੀ ਫਿਲਾਸਫੀ ਤੋਂ, ਜਿਹੜੇ ਦਾਰਸ਼ਨਿਕ ਐਂਗਲ ਤੋਂ, ਜਿਹਦੇ ਤੋਂ ਉਮੀਦ ਨਹੀਂ ਰੱਖੀ ਜਾਂਦੀ, ਉਹ ਗਾਈਡ ਹੋਰ ਤਰੀਕੇ ਨਾਲ ਕਰਦੀ ਹੈ। ਉਹਦੇ ਨਾਲ ਜਿਹੜੇ ਟਕਰਾਵੇਂ ਕੋਈ ਐਕਸ਼ਨ ਨੇ, ਤੌਰ ਤਰੀਕੇ ਨੇ, ਚੀਜ਼ਾਂ ਨੇ, ਉਹਨਾਂ ਤੇ ਬਹੁਤ ਗੰਭੀਰਤਾ ਨਾਲ ਸੋਚਣ ਦਾ ਸਵਾਲ ਹੈ, ਤਾਂ ਕਿ ਉਹ ਘੱਟੋ ਘੱਟ ਇੱਕ ਸੁਨੇਹਾ ਆਪਣੀ ਕਹਿਣੀ ਤੇ ਕਰਨੀ ਜਿਹੜੀ ਹੈ, ਸਿਧਾਂਤ ਤੇ ਅਮਲ ਦੇ ਵਿੱਚ ਇੱਕ ਤਾਲਮੇਲ ਬਿਠਾਉਣ ਦਾ ਜਿਹੜਾ ਤਰੀਕਾਕਾਰ ਹੈ, ਉਹਨਾਂ ਤੋਂ ਵੱਡੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਤੇ ਇਸ ਤੇ ਰਿਵਿਊ ਦਾ ਉਸ ਲੈਵਲ ਤੇ ਸੋਚਣਾ ਚਾਹੀਦਾ। ਔਰ ਬਾਕੀ ਦੀਆਂ ਸੰਸਥਾਵਾਂ ਵੀ, ਕਾਫੀ ਸੰਸਥਾਵਾਂ ਇਹੋ ਜਿਹੀਆਂ ਵੀ ਨੇ, NGO ਵੀ ਕਈ ਨੇ, ਜਿਹੜੀਆਂ ਬਾਹਰ ਪਟਾਕਿਆਂ ਦੇ ਖਿਲਾਫ ਨੇ ਤੇ ਘਰ ਉਹਨਾਂ ਦੇ ਜਵਾਕ ਪਟਾਕੇ ਚਲਾਉਂਦੇ ਨੇ। ਮਤਲਬ ਕਹਿਣੀ ਤੇ ਕਰਨੀ ਦਾ ਜਿਹੜਾ ਇੱਕ ਤਾਲਮੇਲ ਹੁੰਦਾ, ਇਹਨੂੰ ਬਹੁਤ
ਸੀਰੀਅਸਲੀ ਲੈਣਾ ਚਾਹੀਦਾ। ਲੋਕ ਉਸੇ ਤੋਂ ਦੇਖ ਕੇ ਪ੍ਰੇਰਿਤ ਹੁੰਦੇ ਨੇ, ਉਸੇ ਤੋਂ ਦੇਖ ਕੇ ਹੀ ਲੋਕ ਮੋਟੀਵੇਟ ਹੋ ਕੇ ਕਈ ਚੀਜ਼ਾਂ ਕਰਦੇ ਨੇ ਤੇ ਕਈ ਚੀਜ਼ਾਂ ਨਹੀਂ ਕਰਨ ਦਾ ਫੈਸਲਾ ਲੈਂਦੇ ਨੇ, ਜੇਕਰ ਉਹ ਉਹਨਾਂ ਨੂੰ ਜਚਣਗੀਆਂ ਕਿ ਹਾਂ ਇਹ ਗੱਲਾਂ ਠੀਕ ਨੇ। ਇਸ ਲਈ ਇਹ ਬੜਾ ਵੱਡਾ ਮੁੱਦਾ। ਬਾਕੀ ਪ੍ਰਦੂਸ਼ਣ ਦਾ ਜਿਹੜਾ ਮੁੱਦਾ ਹੈ ਜਾਂ ਇਹ ਇਕੱਲਾ ਇੰਨੇ ਨਾਲ ਸੰਬੰਧਿਤ ਨਹੀਂ ਹੈ ਕਿ ਪਰਾਲੀ ਜਲਾਉਣੀ ਬੰਦ ਕਰ ਦਿਓ, ਟੂਟੀ ਨਲਕਾ ਬੰਦ ਕਰ ਦਿਆ ਕਰੋ ਸਮੇਂ ਤੇ, ਜਾਂ ਸੁੱਚਾਂ ਬੰਦ ਕਰ ਦਿਆ ਕਰੋ ਬਿਜਲੀ ਦਾ। ਇਹਦੇ ਤੇ ਸਾਡੇ ਡਿਵੈਲਪਮੈਂਟ ਦੀ ਓਵਰਆਲ ਅਪਰੋਚ ਦਾ ਸਵਾਲ ਹੈ। ਤਾਂ ਇਹ ਪੂਰੀ ਦੁਨੀਆ ਦੇ ਸਾਹਮਣੇ ਓਵਰਆਲ ਡਿਵੈਲਪਮੈਂਟ ਦੀ ਅਪਰੋਚ ਉਹ ਹੈ, ਸਾਡੇ ਘਰਾਂ ਤੋਂ ਲੈ ਕੇ ਸਾਡੇ ਜਿਉਣ ਤੋਂ ਲੈ ਕੇ ਸਾਡੇ ਜਿਉਣ ਤੋਂ ਮਰਨ ਤੱਕ ਅਸੀਂ ਐਨਰਜੀ, ਇੰਨੀ ਜ਼ਿਆਦਾ ਐਨਰਜੀ ਵਰਤੋਂ ਦੀਆਂ ਚੀਜ਼ਾਂ ਪੈਦਾ ਕਰਦੇ ਹਾਂ, ਆਪਣੀ ਜ਼ਿੰਦਗੀ 'ਚ ਪੈਦਾ ਕਰਨੀਆਂ ਨੇ, ਤੇ ਜਿਹਦੇ 'ਚ ਉਨੀ ਜਦੋਂ ਐਨਰਜੀ ਚਾਹੀਦੀ ਹੋਏਗੀ ਤਾਂ ਉਹਦੇ ਲਈ ਕੋਲਾ ਵੀ ਫੂਕੂਗਾ, ਉਹਦੇ ਲਈ ਇੰਨੇ ਵਹੀਕਲ ਵੀ ਹੋਣਗੇ, ਉਹਦੇ ਲਈ ਤੇਲ ਵੀ ਫੂਕੂਗਾ, ਉਹਦੇ ਲਈ ਸਭ ਚੀਜ਼ਾਂ ਹੋਣਗੀਆਂ। ਔਰ ਜਦੋਂ ਇੰਨੇ ਵੱਡੇ ਪੱਧਰ ਤੇ ਫੂਕੇਗਾ ਤਾਂ ਵਾਤਾਵਰਨ ਦਾ ਤਵਾਜ਼ਨ ਨਾ ਹਿੱਲੇ, ਹੋ ਨਹੀਂ ਸਕਦਾ। ਇਸ ਕਰਕੇ ਵਿਕਾਸ ਦਾ ਉਹ ਮਾਡਲ, ਜਿਹੜਾ ਮਾਡਲ ਪ੍ਰਦੂਸ਼ਣ ਤੇ ਵਾਤਾਵਰਨ ਦੀ ਖਰਾਬੀ ਦੇ ਲਈ ਬੁਨਿਆਦੀ ਤੌਰ ਤੇ ਜ਼ਿੰਮੇਵਾਰ ਹੈ, ਉਹਨੂੰ ਵੀ ਕੁਦਰਤ ਦੇ ਪੱਖ ਦੇ ਵਿੱਚ ਕਿਵੇਂ ਢਾਲਿਆ ਜਾਵੇ ਤੇ ਮਨੁੱਖ ਦੇ ਪੱਖ 'ਚ ਕਿਵੇਂ ਢਾਲਿਆ ਜਾਵੇ, ਉਹਦੀ ਅਪਰੋਚ ਕਿਵੇਂ ਬਦਲੀ ਜਾਏ। ਜਿੱਥੇ ਅਸੀਂ ਤੁਰੰਤ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ, ਉੱਥੇ ਲੰਮੇ ਸਮੇਂ ਲਈ ਇੱਕ ਦਿਸ਼ਾ ਦੀ ਵੀ ਗੱਲ ਕਰਦੇ ਹਾਂ, ਤੇ ਉਸ ਦਿਸ਼ਾ ਵੱਲ ਤੁਰਨ ਦਾ ਵੀ ਸ਼ੁਰੂਆਤ ਜਿਹੜੀ ਹੈ ਕਰਨੀ ਪਏਗੀ। ਹਮੀਰ ਸਿੰਘ ਜੀ, ਇਹ ਪ੍ਰਦੂਸ਼ਣ ਨੂੰ ਜਿਹੜਾ ਤੁਸੀਂ ਦੱਸਿਆ ਵੀ ਕਿਆ ਇਹਨਾਂ ਉਪਰਾਲਿਆਂ ਨਾਲ ਜਿਹੜਾ ਹੈਗਾ ਘਟਾਇਆ ਜਾ ਸਕਦਾ, ਹੋਰ ਵੀ ਕੋਈ ਹੈਗਾ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਜਾਂ ਕੋਈ ਨਵੇਂ ਫੈਸਲੇ ਲੈਣ ਦੀ ਲੋੜ ਹੈ? ਨਹੀਂ, ਉਹ ਹੁੰਦਾ ਹੀ ਹੈ। ਪਹਿਲਾਂ ਸਰਕਾਰਾਂ ਨੂੰ ਆਪਣੇ ਤਰੀਕੇ ਦੇ ਨਾਲ ਫੈਸਲੇ, ਪਹਿਲਾਂ ਤਾਂ ਮੈਨੂੰ ਇਹੀ ਹੈ ਕਿ ਜਿਹੜੀਆਂ ਚੀਜ਼ਾਂ ਤੇ ਰੋਕ ਲਾਉਣੀ ਹੋਵੇ ਉਹਦਾ ਕੋਈ ਟਾਈਮਿੰਗ ਹੁੰਦੀ ਹੈ ਤੇ ਉਸ ਤੋਂ ਕਰਨ ਦੀ ਲੋੜ ਹੈ। ਦੂਜੀ ਗੱਲ ਇਹ ਹੁੰਦੀ ਹੈ ਕਿ ਉਹਦਾ ਸੋਲੂਸ਼ਨ ਲੱਭਣਾ ਹੁੰਦਾ। ਮੰਨ ਲਓ ਪਰਾਲੀ ਦਾ ਪ੍ਰਦੂਸ਼ਣ ਹੈ, ਸਿੱਧਾ ਸੋਲੂਸ਼ਨ ਹੈ ਕਿ ਫਾਰਮਰ ਕਹਿ ਰਿਹਾ ਮੇਰਾ ਖਰਚਾ ਵੱਧ ਰਿਹਾ, ਉਹ ਮੈਨੂੰ ਖਰਚਾ ਦੇ ਦਿਓ, ਤੇ ਉਹ ਵੀ ਤਾਂ ਤੁਸੀਂ ਇੰਨਾ ਖਰਚਾ ਕਰਦੇ ਹੋ ਉਹਨਾਂ ਹੀ ਚੀਜ਼ਾਂ ਦੇ ਉੱਤੇ, ਉਹ ਕਿਉਂ ਨਹੀਂ ਦਿੰਦੇ? ਜਦੋਂ ਤੁਸੀਂ ਹੱਲ ਲੱਭਣਾ ਹੁੰਦਾ ਤਾਂ ਹੋਰ ਅਪਰੋਚ ਹੁੰਦੀ ਹੈ। ਜਦ ਤੁਸੀਂ ਇਹ ਦਿਖਾਉਣਾ ਹੁੰਦਾ ਕਿ ਦਿਖਾਵਾ ਕਰਨਾ ਹੁੰਦਾ ਕਿ ਮੈਂ ਸੀਰੀਅਸ ਹਾਂ ਇਸ ਲਈ, ਤਾਂ ਹੋਰ ਅਪਰੋਚ ਹੁੰਦੀ ਹੈ। ਇਸ ਸਾਰੇ ਮਾਹੌਲ ਦੇ ਵਿੱਚ ਹੀ ਇਹ ਚੀਜ਼ਾਂ ਦੀ ਜ਼ਰੂਰਤ ਹੈ। ਸਰਕਾਰ ਪੱਧਰ ਤੇ ਵੀ ਗੰਭੀਰਤਾ ਦੀ ਲੋੜ ਹੈ, ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਗੰਭੀਰਤਾ ਦੀ ਲੋੜ ਹੈ, ਤੇ ਜਿਹੜੀਆਂ ਪ੍ਰਾਈਵੇਟ ਖੇਤਰ ਦੇ ਵਿੱਚ ਜਾਂ ਆਮ ਜਨਤਕ ਖੇਤਰ ਦੇ ਵਿੱਚ ਸੰਸਥਾਵਾਂ ਨੇ ਉਹਨਾਂ ਦਾ ਵੀ ਸਵਾਲ ਹੈ। ਸਮੁੱਚੀ ਦੁਨੀਆ ਦੀ ਇੱਕ ਜਾਗਰੂਕਤਾ ਦਾ ਜਿਹੜਾ ਇਹ ਸਵਾਲ ਹੈ। ਔਰ ਜੇ ਲੋਕ ਜਾਗਰੂਕ ਹੋਣਗੇ, ਸਰਕਾਰਾਂ ਨੂੰ ਮਜਬੂਰ ਕਰ ਦੇਣਗੇ। ਔਰ ਜੇਕਰ ਸਰਕਾਰਾਂ ਚੰਗੀਆਂ ਹੋਣਗੀਆਂ ਤਾਂ ਉਹ ਲੋਕਾਂ ਨੂੰ ਜਾਗਰੂਕ ਕਰ ਦੇਗੀ। ਜੇਕਰ ਸੰਸਥਾਵਾਂ ਬਿਹਤਰ ਹੋਣਗੀਆਂ, ਉਹ ਲੋਕਾਂ ਨੂੰ, ਇਹ ਆਪਸ ਦੇ ਵਿੱਚ ਇੱਕ ਰਿਸ਼ਤਾ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ। ਇਸ ਕਰਕੇ ਜਿਹੜੇ ਪ੍ਰਦੂਸ਼ਣ ਜਾਂ ਬਾਕੀ ਦੇ ਸਾਰੇ ਮਾਮਲੇ ਨੇ, ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹ ਬੁਨਿਆਦੀ ਸਵਾਲ ਇਹ ਹੈ ਕਿ ਸਾਡੀ ਧਰਤੀ ਤੋਂ ਪਾਣੀ ਕਿਉਂ ਮੁੱਕਦਾ ਜਾ ਰਿਹਾ ਹੈ, ਸਾਨੂੰ ਇੰਨੇ ਪਾਣੀ ਦੀ ਵਰਤੋਂ ਕਿਉਂ ਕਰਨੀ ਪੈ ਰਹੀ ਹੈ, ਜਾਂ ਸਾਡੇ ਕੋਲ ਹਵਾ ਇੰਨੀ ਖਰਾਬ ਕਿਉਂ ਹੋ ਗਈ ਹੈ। ਉਹਦੇ ਲਈ ਜਿਹੜੀਆਂ ਚੀਜ਼ਾਂ, ਜਿਹੜੇ ਖੋਜਾਂ ਅਸੀਂ ਕਰ ਰਹੇ ਹਾਂ ਉਹ ਕੀ ਨੇ? ਪੈਰਿਸ ਦੇ ਵਿੱਚ ਸਮਝੌਤਾ ਹੋਇਆ, ਟਰੰਪ ਸਾਹਿਬ ਬਾਹਰ ਆ ਗਏ ਨੇ ਕਿ ਅਸੀਂ ਉਨਾ ਪੈਸਾ ਨਹੀਂ ਦੇ ਸਕਦੇ ਜੀ ਇਹਨੂੰ ਪ੍ਰਦੂਸ਼ਣ ਨੂੰ ਠੀਕ ਕਰਨ ਦੇ ਲਈ ਜਾਂ ਵਾਤਾਵਰਨ ਨੂੰ ਠੀਕ ਕਰਨ ਦੇ ਲਈ, ਗ੍ਰੀਨ ਟੈਕਨੋਲੋਜੀ ਨਾਲ ਠੀਕ ਕਰਾਂਗੇ। ਟੈਕਨੋਲੋਜੀ ਆਟੋਮੈਟਿਕ ਆ ਰਹੀ ਹੈ, ਉਹ ਲੋਕਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ। ਸੰਕਟ ਹੁਣ ਇੱਥੇ ਆ ਕੇ ਖੜਾ ਹੈ ਕਿ ਜੇ ਤੁਸੀਂ ਵਾਤਾਵਰਨ ਠੀਕ ਰੱਖਦੇ ਹੋ ਤਾਂ ਤੁਹਾਡੀ ਪੁਰਾਣੇ ਟਾਈਪ ਦੀ ਇੰਡਸਟਰੀ ਬੰਦ ਕਰਨੀ ਪੈ ਰਹੀ ਹੈ, ਤੇ ਜੇ ਤੁਸੀਂ ਉਹ ਇੰਡਸਟਰੀ ਲਾਗੂ ਕਰਦੇ ਹੋ ਤਾਂ ਵਾਤਾਵਰਨ ਨਹੀਂ ਬਚਦਾ। ਹੁਣ ਜਿਹੜੇ ਅਸਲ 'ਚ ਵਾਤਾਵਰਨ ਖੇਤਰ ਦੇ ਮਾਹਰ ਨੇ ਉਹ ਇਹ ਕਹਿ ਰਹੇ ਨੇ ਕਿ ਇਹੋ ਜਿਹੇ ਇੱਕ ਚੱਕਰ 'ਚ, ਵਿਉ ਚੱਕਰ 'ਚ ਤੁਸੀਂ ਫਸ ਗਏ ਹੋ। ਜੇ ਇਦੋਂ ਅੱਗੇ ਲਿਜਾਣਾ ਤਾਂ ਇਹ ਮਾਡਲ ਤਬਦੀਲੀ ਦਾ ਸਵਾਲ ਹੈ, ਇਹ ਇਦੋਂ ਘੱਟ ਵਾਲਾ ਸਵਾਲ ਨਹੀਂ ਹੈ ਕਿ ਜੀ ਪਹਿਲਾਂ ਗੰਦ ਪਾਓ ਤੇ ਫਿਰ ਸਾਫ਼ ਕਰ ਲਓ। ਇੱਕ ਇਹ ਅਪਰੋਚ ਹੈ, ਇੱਕ ਇਹ ਅਪਰੋਚ ਹੈ ਗੰਦ ਪਾਓ ਹੀ ਨਾ, ਘੱਟ ਪਾਓ ਜਿੰਨਾ ਘੱਟ ਪੈ ਸਕਦਾ, ਮੈਕਸੀਮਮ ਤਰੀਕੇ ਦਾ ਅਪਰੋਚ ਉਸ ਤੇ ਜਾਣਾ ਪਏਗਾ ਕਿ ਪਹਿਲਾਂ ਖੁੱਲ੍ਹਮ ਖੁੱਲ੍ਹੇ ਗੰਦ ਪਾਓ। ਪਹਿਲਾਂ ਪੈਪਸੀ ਪੀਓ, ਫੈਂਕ ਦਿਓ ਪਲਾਸਟਿਕ ਜਿੰਨੀ ਮਰਜ਼ੀ, ਤੇ ਪਲਾਸਟਿਕ 'ਚ ਕਿਉਂ ਪੈਪਸੀ? ਫਿਰ ਕਹਿੰਦੇ ਪਲਾਸਟਿਕ ਤੇ ਕਾਨੂੰਨ ਬਣਾਓ, ਪਲਾਸਟਿਕ ਬੰਦ ਕਰੋ। ਇਹ ਜਿਹੜੀਆਂ ਚੀਜ਼ਾਂ ਨੇ ਕਿ ਪਹਿਲਾਂ ਤੁਸੀਂ ਇਹ ਕਰੋ ਤੇ ਫਿਰ ਉਹ ਕਰੋ, ਉਹਨੂੰ ਛੱਡਣਾ ਪਏਗਾ। ਓਵਰਆਲ ਅਪਰੋਚ ਦੇ ਵਿੱਚ ਤਬਦੀਲੀ ਦੀ ਲੋੜ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।